ਸਾਡੇ ਏਜੰਡੇ ਤੇ ਨਹੀਂ ਚੱਲੇਗਾ ਤੇ ਅਗਲਾ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਹੋਊਗਾ। ਉੱਥੇ ਇੰਨੀ ਪਤਲੀ ਹਾਲਤ ਆ, 10 ਐਮਐਲਏ ਅਸਤੀਫਾ ਦੇ ਗਏ, ਈਵਨ ਮੰਤਰੀ ਅਸਤੀਫਾ ਦੇ ਗਏ ਜੀ। ਔਰ ਯੂਪੀ ਉਹ ਸਟੇਟ ਹੈ ਜਿੱਥੇ ਰਾਮ ਮੰਦਿਰ ਬਣਨ ਜਾ ਰਿਹਾ, ਜਿੱਥੇ ਦੋ ਐਮਪੀਆਂ ਨਾਲ ਬੀਜੇਪੀ ਪਹਿਲੀ ਵਾਰ ਪਾਵਰ ਚ ਆਈ ਸੀ ਤੇ ਰਾਮ ਮੰਦਿਰ ਦੇ ਮੁੱਦੇ ਤੇ ਹੀ 2 ਵਾਰੀ ਹੁਣ ਪੂਰਨ ਬਹੁਮਤ ਵਿੱਚ ਆਈ ਹੈ। ਕਿਉਂਕਿ ਜਿਵੇਂ ਤੁਸੀਂ ਦੱਸਿਆ ਮੰਦਿਰ ਵੀ ਉੱਥੇ ਬਣਨ ਜਾ ਰਿਹਾ, ਉਸ ਮੰਦਿਰ ਨੂੰ ਚੋਣ ਮੈਨੀਫੈਸਟੋ ਦੇ ਵਿੱਚ ਰੱਖ ਕੇ ਇਹਨਾਂ ਵੱਲੋਂ ਸਰਕਾਰ ਬਣਾਈ ਗਈ ਹੈ, ਜਾਣੀ ਕਿ ਵੋਟਾਂ ਲਈਆਂ ਗਈਆਂ। ਸੋ ਜੇ ਉਸ ਸਟੇਟ ਦੇ ਵਿੱਚ ਇਹ ਹਾਲ ਹੈ ਤੇ ਪੰਜਾਬ ਦੇ ਵਿੱਚ ਕਿਵੇਂ ਭਵਿੱਖ ਦੇਖਦੇ ਹੋ? ਤੁਸੀਂ ਯੂਪੀ ਦੀ ਗੱਲ ਕੀਤੀ ਹੈ, ਤੇ ਫਿਰ ਬਹੁਤ ਵੱਡੀ ਆਪਾਂ ਕਹਿ ਲਈਏ ਤਖਤਾ ਪਲਟ ਵਾਲੀ ਜਿਹੜੀ ਹਾਰ ਹੈ ਉਹਨਾਂ ਨੂੰ ਮਿਲੀ ਹੈ। ਬੜੀ ਹੀ ਅਫਸੋਸ ਦੀ ਗੱਲ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਾਰਨ ਜੋ 700 ਤੋਂ ਉੱਪਰ ਜਾਨਾਂ ਕੁਰਬਾਨ ਹੋਈਆਂ ਜੀ ਤੇ ਇੰਨਾ ਨੁਕਸਾਨ ਹੋਇਆ ਤੇ ਵੈਸੇ ਇਹ ਆ ਕਿ ਕਿਸਾਨ ਮਜ਼ਦੂਰ ਸੰਘਰਸ਼ ਦੇ ਕਾਰਨ ਇੱਕ ਵਾਰੀ ਅਨਪ੍ਰੈਡਿਕਟੇਬਲ ਹਾਲਾਤ ਆ। ਸਭ ਨੂੰ ਪਤਾ ਜਿਹੜੇ ਪੋਲੀਟੀਕਲ ਸੂਝ-ਬੂਝ ਰੱਖਦੇ ਕਿ ਉਹ ਦੋਨੇ ਟਾਈਮ ਜੇ ਵਿਧਾਨ ਸਭਾ ਚੋਣਾਂ ਹੁੰਦੀਆਂ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਅਗਵਾਈ 'ਚ ਸਰਕਾਰ ਬਣਨੀ ਸੀ। ਇਸ ਵਾਰੀ ਵੀ ਲੱਗਦਾ ਹੈ ਕਿ ਪੰਜਾਬ ਕੋਈ ਇਹੋ ਜਿਹਾ ਇਤਿਹਾਸ ਰਚਣ ਜਾ ਰਿਹਾ। ਜਿਵੇਂ ਦਾਸ ਨੇ ਪਹਿਲਾਂ ਕਿਹਾ ਕਿ ਬੀਜੇਪੀ ਨੂੰ ਕਿਸਾਨ ਮਜ਼ਦੂਰ ਸੰਘਰਸ਼ ਦੇ ਦੌਰਾਨ ਭੱਜਣਾ ਪੈ ਰਿਹਾ ਸੀ। ਬਾਕੀ ਕੌਮਾਂ ਨੂੰ ਉਹਨਾਂ ਨੇ ਬੁੱਧ ਧਰਮ ਤੇ ਜੈਨ ਧਰਮ ਨੂੰ, ਜਿਹੜੇ ਇਹਨਾਂ ਦੇ ਫਿਲਾਸਫਰ ਸੀ ਆਰਐਸਐਸ ਦੇ, ਕਹਿੰਦੇ ਕਿ ਅਸੀਂ ਆਪਣੇ ਛੋਟੇ ਭਰਾਵਾਂ ਨੂੰ ਇੰਨਾ ਘੁੱਟ ਕੇ ਆਪਣੇ ਕਾਲਜੇ ਨਾਲ ਲਾਇਆ ਕਿ ਉਹਨਾਂ ਦੀ ਹੋਂਦ ਖਤਮ ਕਰ ਦਿੱਤੀ। ਤੇ ਉਹਦੇ ਸਲਾਹਕਾਰਾਂ ਨੇ ਵੀ ਕਿਹਾ ਕਿ ਇਹਨਾਂ ਨੂੰ ਐਸਾ ਸਬਕ ਸਿਖਾਇਆ ਜਾਵੇ ਕਿ ਆਉਣ ਵਾਲੇ 50 ਸਾਲ ਉੱਠ ਨਾ ਸਕਣ। ਸਿੱਟੇ ਵਜੋਂ ਨਿਰੰਕਾਰੀਆਂ ਨੂੰ ਸ਼ਹਿ ਦਿੱਤੀ ਜੀ ਸਾਕਾ 78 ਦਾ ਜਾਂ ਜੂਨ 84 ਜਾਂ ਨਵੰਬਰ 84 ਜੀ। ਤੇ ਬੀਜੇਪੀ ਦੇ ਪਿੱਛੇ ਜਿਹੜੀ ਆਰਐਸਐਸ ਦੀ ਇੱਕ ਸੋਚ ਬੈਠੀ ਆ, ਜਿਹੜਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਮਤਲਬ ਖਾਰੇ ਸਮੁੰਦਰ ਚੋਂ ਕੱਢ ਕੇ ਇੱਕ ਵਿਲੱਖਣ ਧਰਮ ਦੀ ਸਥਾਪਨਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਸਪਸ਼ਟ ਕਿਹਾ, ਜਬ ਇਹ ਗਹਿ ਵਿਪਰਮ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਦੀਤ। ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕੀਤੀ, ਲੱਗਦਾ ਤੁਹਾਨੂੰ ਰੋਕਾ ਲੱਗ ਚੁੱਕਿਆ ਫਿਰ ਜੇ ਆ ਕਿਸਾਨੀ ਸੰਘਰਸ਼ ਤੋਂ ਬਾਅਦ, ਜਾਂ ਫਿਰ ਜਦੋਂ ਸਿੱਖਾਂ ਨੇ ਇਹ ਜਿਹੜਾ ਇਹ ਵਿਰੋਧ ਕਰ ਦਿੱਤਾ? ਛੋਟੇ ਸਾਹਿਬਜ਼ਾਦੇ, ਕੌਮ ਉਹਨਾਂ ਨੂੰ ਬਾਬੇ ਕਹਿੰਦੇ ਆ। ਇੰਨੀ ਛੋਟੀ ਉਮਰ ਦੇ ਸਾਹਿਬਜ਼ਾਦੇ ਐਡੀ ਕੁਰਬਾਨੀ ਕਰਦੇ, ਯਕੀਨਨ ਬਾਬੇ। ਤੇ ਦਿਖਾ ਤੇ ਹੋਇਆ ਕਿ ਹਜੇ ਇੱਕ ਦਿਨ ਉਹਨਾਂ ਨੇ ਬਾਲ ਵੀਰ ਦਿਵਸ ਕਿਹਾ ਤੇ ਟੋਪੀਆਂ ਵਾਲੇ ਬੱਚੇ ਉਹ ਕਰਨਾ ਸ਼ੁਰੂ ਕਰ ਦਿੱਤਾ। ਜੇ ਜਿਵੇਂ ਉਹਨਾਂ ਦੇ ਪ੍ਰਚਾਰ ਨੂੰ ਕਿਹਾ ਜਾਵੇ ਹਿੰਦ ਦੀ ਚਾਦਰ, ਹੁਣ ਆਪਾਂ ਇੰਗਲੈਂਡ ਵਿੱਚ ਬੈਠੇ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਸਾਡੀ ਚਾਦਰ ਨਹੀਂ। ਜਦੋਂ ਕਈ ਵਾਰੀ ਕਈ ਕਹਿ ਦਿੰਦੇ ਕਿ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਮੁਸਲਿਮ ਕੌਮ ਤੇ ਵਿਸ਼ਵਾਸ ਨਾ ਕਰੋ, ਪਰ ਜਿਹੜੇ 22 ਧਾਰ ਦੇ ਰਾਜੇ ਸੀਗੇ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਵਾਉਣ ਲਈ ਮਤਲਬ ਸਾਜ਼ਿਸ਼ਾਂ ਰਚੀਆਂ, ਆਟੇ ਦੀ ਗਊ ਬਣਾ ਕੇ ਸੌਹਾਂ ਖਾਧੀਆਂ, ਉਹ ਕੌਣ ਸੀਗਾ? ਹਕੂਮਤ ਵੱਲੋਂ ਕਿਹਾ ਗਿਆ ਸੀਗਾ ਕਿ ਸਿੱਖ ਖਤਮ ਕਰ ਦਿੱਤੇ। ਉਦੋਂ ਬਾਬਾ ਬੋਤਾ ਸਿੰਘ ਤੇ ਬਾਬਾ ਗਾਜਾ ਸਿੰਘ ਨੇ ਚੂੰਗੀ ਨਾਕਾ ਲਾ ਦਿੱਤਾ ਸੀਗਾ। ਦਾਸ ਤਾਂ ਬਹੁਤ ਸਧਾਰਨ ਜਿਹਾ ਸਿੱਖ ਆ, ਮੇਰੇ ਨਾਲੋਂ ਬਹੁਤ ਬੁੱਧੀਜੀਵੀ ਸਿੱਖ ਬੈਠਿਆ, ਕਦੀ ਵੀ ਇਹਦਾ ਡੋਲ ਨਹੀਂ ਸਕਦੀ ਕੌਮ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ। ਪ੍ਰਾਈਡ ਪੰਜਾਬ ਟੀਵੀ ਤੁਹਾਨੂੰ ਹਰ ਇੱਕ ਮੁੱਦੇ ਦੇ ਨਾਲ ਜੋੜਦਾ ਹੈ, ਹਰ ਇੱਕ ਸਰਗਰਮੀ ਦੇ ਨਾਲ ਜੋੜਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਵੋਟਾਂ ਦਾ ਸਮਾਂ ਪੰਜਾਬ ਦੇ ਵਿੱਚ, ਵਿਧਾਨ ਸਭਾ ਚੋਣਾਂ ਯਾਨੀ ਕਿ ਵੋਟਾਂ ਹੋਣ ਜਾ ਰਹੀਆਂ ਨੇ, ਕੁਝ ਦਿਨ ਬਾਕੀ ਨੇ। ਉਸ ਨੂੰ ਲੈ ਕੇ ਸਰਗਰਮੀ ਬਹੁਤ ਤੇਜ਼ ਹੋਈ ਹੈ। ਹਰ ਇੱਕ ਪਾਰਟੀ ਲੱਗੀ ਹੋਈ ਹੈ ਆਪਣਾ ਵੋਟ ਬੈਂਕ ਪੱਕਾ ਕਰਨ ਨੂੰ। ਜਿੱਥੇ ਅਕਾਲੀ ਦਲ ਬਾਦਲ ਦੀ ਗੱਲ ਕਰਦੇ ਉਹਦੇ ਨਾਲ ਨਾਲ ਕਾਂਗਰਸ, ਤੀਸਰੀ ਆਮ ਆਦਮੀ ਪਾਰਟੀ, ਫਿਰ ਬੀਜੇਪੀ, ਬਸਪਾ ਦਾ ਗੱਠਜੋੜ ਅਕਾਲੀ ਦਲ ਨਾਲ ਹੈ, ਆਪ ਜੀ ਜਾਣਦੇ ਹੋ। ਸੋ ਹਰ ਇੱਕ ਪਾਰਟੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ, ਪ੍ਰਚਾਰ ਹੋ ਰਿਹਾ। ਚੋਣ ਜਾਬਤਾ ਲੱਗਣ ਦੇ ਬਾਵਜੂਦ ਵੀ ਐਸੀਆਂ ਘਟਨਾਵਾਂ ਜਿਹੜੀਆਂ ਪੇਸ਼ ਆਈਆਂ ਜੋ ਕਿ ਚੋਣ ਕਮਿਸ਼ਨ ਵੱਲੋਂ ਮਨਾ ਕੀਤੀਆਂ ਗਈਆਂ ਸੀ। ਖੈਰ, ਇਹ ਹਰ ਵਾਰ ਇਸ ਤਰ੍ਹਾਂ ਹੁੰਦਾ ਹੈ, ਪਰ ਅੱਜ ਆਪਾਂ ਹਰ ਇੱਕ ਪਾਰਟੀ ਦੀ ਸਥਿਤੀ ਬਾਰੇ ਗੱਲ ਕਰਾਂਗੇ। ਕਿਹੜੀ ਪਾਰਟੀ ਕਿੰਨਾ ਕੁ ਆਪਣਾ ਰਸੂਖ ਰੱਖਦੀ ਹੈ ਪੰਜਾਬ ਦੇ ਵਿੱਚ। ਸੋ ਕਿਹੜੇ ਲੀਡਰ ਨੇ, ਕੱਦਵਾਰ ਲੀਡਰ ਨੇ, ਇਮਾਨਦਾਰ ਕਿਹੜਾ, ਬੇਈਮਾਨ ਕਿਹੜਾ। ਸੋ ਸਾਰਾ ਕੁਝ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦੱਸਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਜੁੜੇ ਹੋਏ ਨੇ ਇਸ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਾਂਗੇ ਤੇ ਫਿਰ ਉਹਨਾਂ ਦੇ ਕੋਲੋਂ ਜਾਣਾਂਗੇ। ਭਾਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਸੁਣਾਓ, ਚੜ੍ਹਦੀ ਕਲਾ ਜੀ? ਕਿਰਪਾ ਜੀ, ਠੀਕ ਹੈ। ਸੋ ਪੰਜਾਬ 'ਚ ਜਿਵੇਂ ਵਿਧਾਨ ਸਭਾ ਚੋਣਾਂ ਜਿਹੜੀਆਂ ਨੇ ਸਿਰ ਦੇ ਉੱਤੇ ਆ, ਸੋ ਬੀਜੇਪੀ ਦੀ ਆਪਾਂ ਸਥਿਤੀ ਤੋਂ ਸ਼ੁਰੂ ਕਰਦੇ ਹਾਂ। ਬੀਜੇਪੀ ਨੂੰ ਕਿਸ ਹਾਲਾਤਾਂ ਦੇ ਵਿੱਚ ਦੇਖਦੇ ਹੋ ਪੰਜਾਬ ਦੇ ਵਿੱਚ? ਕਿੰਨਾ ਕੁ ਸਟੈਂਡ ਕਰ ਪਾਏਗੀ, ਜਾਂ ਫਿਰ ਇਹ ਪਾਸਟ ਦੇਖੀਏ ਬੀਜੇਪੀ ਦਾ ਪੰਜਾਬ ਦੇ ਨਾਲ ਕਿਹੋ ਜਿਹਾ ਰਿਸ਼ਤਾ ਰਿਹਾ?
ਸਰਦਾਰ ਦਲਜੀਤ ਸਿੰਘ ਜੀ, ਬੀਜੇਪੀ ਪਹਿਲਾਂ ਜਨ ਸਿੰਘ ਸੀ ਤੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਸ਼ੁਰੂ ਤੋਂ ਹੀ ਇਹਨਾਂ ਦੇ ਨਾਲ ਨਾਤਾ ਰੱਖਿਆ ਤੇ ਹੁਣ ਵੀ ਉਹ ਸਿਰਫ ਜਿਹੜੀਆਂ ਕਿਸਾਨ ਮਜ਼ਦੂਰ ਸੰਘਰਸ਼ ਦੇ ਕਾਰਨ ਨਾਰਾਜ਼ ਵੋਟ ਬੈਂਕ ਸੀ ਉਹਨਾਂ ਨਾਲ ਬੀਜੇਪੀ ਨਾਲ ਗੱਲਬਾਤ ਕਰਕੇ ਹੀ ਉਹ ਨਾਟਕ ਰਚਿਆ ਹੋਇਆ ਅਲੱਗ-ਅਲੱਗ ਹੋਣ ਦਾ ਕਿ ਨੈਗੇਟਿਵ ਵੋਟ ਹੋਰ ਕਿਸੇ ਪਾਸੇ ਨਾ ਜਾਵੇ ਤੇ ਉਹ ਅੰਦਰੋਂ ਇੱਕ ਹੀ ਆ ਤੇ ਉਹ ਬਾਕੀ ਚੋਣਾਂ ਤੋਂ ਬਾਅਦ ਰਲ ਕੇ ਸਰਕਾਰ ਬਣਾਉਣਗੇ ਜੇ ਉਹਨਾਂ ਨੂੰ ਜਿੰਨੀਆਂ ਵੀ ਉਹ ਪਾਰਟੀਆਂ ਉਹਨਾਂ ਦੇ ਨਾਲ ਆ ਕੋਲੀਸ਼ਨ ਦੇ ਤੌਰ ਤੇ ਜੀ। ਤੇ ਹੈਰਾਨਗੀ ਦੀ ਗੱਲ ਇਹ ਹੈ ਕਿ ਯੂਪੀ ਦੇ ਵਿੱਚ ਜਿੱਥੇ ਯੋਗੀ ਆਦਿੱਤਿਆਨਾਥ ਜਾਣੀ ਕਿ ਉਹ ਆਰਐਸਐਸ ਜਾਂ ਦੂਜੀਆਂ ਧਿਰਾਂ ਮੋਦੀ ਦੇ ਉੱਤੇ ਇੱਕ ਤਰ੍ਹਾਂ ਨਾਲ ਉਹਨੂੰ ਬਿਠਾਇਆ ਹੋਇਆ ਸੀਗਾ ਕਿ ਜੇ ਤੂੰ ਸਾਡੇ ਏਜੰਡੇ ਤੇ ਨਹੀਂ ਚੱਲੇਗਾ ਤੇ ਅਗਲਾ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਹੋਊਗਾ, ਉੱਥੇ ਇੰਨੀ ਪਤਲੀ ਹਾਲਤ ਆ, 10 ਐਮਐਲਏ ਅਸਤੀਫਾ ਦੇ ਗਏ, ਈਵਨ ਮੰਤਰੀ ਅਸਤੀਫਾ ਦੇ ਗਏ। ਔਰ ਯੂਪੀ ਉਹ ਸਟੇਟ ਹੈ ਜਿੱਥੇ ਰਾਮ ਮੰਦਿਰ ਬਣਨ ਜਾ ਰਿਹਾ, ਜਿੱਥੇ ਦੋ ਐਮਪੀਆਂ ਨਾਲ ਬੀਜੇਪੀ ਪਹਿਲੀ ਵਾਰ ਪਾਵਰ ਚ ਆਈ ਸੀ ਤੇ ਰਾਮ ਮੰਦਿਰ ਦੇ ਮੁੱਦੇ ਤੇ ਹੀ 2 ਵਾਰੀ ਹੁਣ ਪੂਰਨ ਬਹੁਮਤ ਵਿੱਚ ਆਈ ਹੈ ਤੇ ਉੱਥੇ ਸਾਫ਼ ਹੋ ਰਹੀ ਆ। ਬੜੀ ਹੀ ਅਫਸੋਸ ਦੀ ਗੱਲ ਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਾਰਨ ਜੋ 700 ਤੋਂ ਉੱਪਰ ਜਾਨਾਂ ਕੁਰਬਾਨ ਹੋਈਆਂ ਤੇ ਇੰਨਾ ਨੁਕਸਾਨ ਹੋਇਆ ਤੇ ਪੰਜਾਬ ਦੇ ਜਿਹੜੇ ਇਨਸਾਫ ਪਸੰਦ ਲੋਕ ਉਹਨਾਂ ਨੇ ਭੱਜ ਪਾਈ ਬਣਾ ਦਿੱਤਾ ਸੀਗਾ ਤੇ ਅੱਜ ਚੋਟੀ ਦੇ ਸਾਡੇ ਜਿਹੜੀਆਂ ਸਿੱਖ ਸ਼ਖਸੀਅਤਾਂ ਸੀਗੀਆਂ ਉਹ ਉਧਰ ਜਾ ਰਹੀਆਂ। ਕਈਆਂ ਤੇ ਤਾਂ ਮੈਨੂੰ ਇਹੀ ਸ਼ੱਕ ਹੁੰਦਾ, ਹੋ ਸਕਦਾ ਮੈਂ ਗਲਤ ਹੋਵਾਂ ਜਾਂ ਪਰਮਾਤਮਾ ਕਰੇ ਮੈਂ ਗਲਤ ਹੋਵਾਂ, ਕਿ ਜਿਵੇਂ ਉਹ ਪਹਿਲਾਂ ਪੇਰੋਲ ਤੇ ਕੰਮ ਕਰ ਰਿਹਾ ਸੀ ਆਲਰੇਡੀ, ਹੁਣ ਕਿਉਂਕਿ ਬੀਜੇਪੀ ਦੀ ਇੰਨੀ ਮੰਦੀ ਹਾਲਤ ਹੋ ਗਈ ਆ ਤਾਂ ਸ਼ਾਇਦ ਉਹਨਾਂ ਨੇ ਕਿਹਾ ਹੋਵੇ ਕਿ ਤੁਹਾਨੂੰ ਸਹੂਲਤਾਂ ਬੰਦ ਹੋ ਜਾਣੀਆਂ ਕਿ ਕਰੋ ਜਾਂ ਮਰੋ ਦੀ ਸਥਿਤੀ ਵਿੱਚ ਅਸੀਂ ਹਾਂ ਤੇ ਸਾਡੇ ਲਈ ਖੁੱਲ ਕੇ ਕੰਮ ਕਰੋ। ਬਿਲਕੁਲ ਇਹੋ ਜਿਹੇ ਹਾਲਾਤ ਲੱਗਦੇ ਆ। ਤੇ ਵੈਸੇ ਇਹ ਆ ਕਿ ਕਿਸਾਨ ਮਜ਼ਦੂਰ ਸੰਘਰਸ਼ ਦੇ ਕਾਰਨ ਇੱਕ ਵਾਰੀ ਅਨਪ੍ਰੈਡਿਕਟੇਬਲ ਹਾਲਾਤ ਆ, ਜਿਵੇਂ 89 ਵਿੱਚ ਕੈਂਡੀਡੇਟ ਪੰਥਕ ਕੈਂਡੀਡੇਟ ਜਿੱਤੇ ਸੀ ਜਾਂ 2 ਵਾਰੀ ਵਿਧਾਨ ਸਭਾ ਚੋਣਾਂ ਕਿਸੇ ਕਾਰਨ ਹੋ ਨਹੀਂ ਸਕੀਆਂ, ਪਰ ਸਭ ਨੂੰ ਪਤਾ ਜਿਹੜੇ ਪੋਲੀਟੀਕਲ ਸੂਝ-ਬੂਝ ਰੱਖਦੇ ਕਿ ਉਹ ਦੋਨੇ ਟਾਈਮ ਜੇ ਵਿਧਾਨ ਸਭਾ ਚੋਣਾਂ ਹੁੰਦੀਆਂ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਅਗਵਾਈ 'ਚ ਸਰਕਾਰ ਬਣਨੀ ਸੀ। ਇਸ ਵਾਰੀ ਵੀ ਲੱਗਦਾ ਹੈ ਕਿ ਪੰਜਾਬ ਕੋਈ ਇਹੋ ਜਿਹਾ ਇਤਿਹਾਸ ਰਚਣ ਜਾ ਰਿਹਾ, ਬਸ਼ਰਤੇ ਕਿ ਬਹੁਤ ਵੱਡੇ ਪੱਧਰ ਤੇ ਹੇਰਾਫੇਰੀ ਨਾ ਹੋਵੇ ਜਾਂ ਈਵੀਐਮ ਮਸ਼ੀਨਾਂ 'ਚ ਕੋਈ ਗੜਬੜ ਨਾ ਹੋਵੇ। ਜੀ ਤੁਸੀਂ ਯੂਪੀ ਦੀ ਗੱਲ ਕੀਤੀ ਹੈ ਤੇ ਫਿਰ ਬਹੁਤ ਵੱਡੀ ਆਪਾਂ ਕਹਿ ਲਈਏ ਤਖਤਾ ਪਲਟ ਵਾਲੀ ਜਿਹੜੀ ਹਾਰ ਹੈ ਉਹਨਾਂ ਨੂੰ ਮਿਲੀ ਹੈ, ਕਿਉਂਕਿ ਜਿਵੇਂ ਤੁਸੀਂ ਦੱਸਿਆ ਮੰਦਿਰ ਵੀ ਉੱਥੇ ਬਣਨ ਜਾ ਰਿਹਾ। ਉਸ ਮੰਦਿਰ ਨੂੰ ਚੋਣ ਮੈਨੀਫੈਸਟੋ ਦੇ ਵਿੱਚ ਰੱਖ ਕੇ ਇਹਨਾਂ ਵੱਲੋਂ ਸਰਕਾਰ ਬਣਾਈ ਗਈ ਹੈ, ਜਾਣੀ ਕਿ ਵੋਟਾਂ ਲਈਆਂ ਗਈਆਂ। ਸੋ ਜੇ ਉਸ ਸਟੇਟ ਦੇ ਵਿੱਚ ਇਹ ਹਾਲ ਹੈ ਤੇ ਪੰਜਾਬ ਦੇ ਵਿੱਚ ਕਿਵੇਂ ਭਵਿੱਖ ਦੇਖਦੇ ਹੋ ਜਿਹੜੀਆਂ ਚੋਣਾਂ ਸਿਰ ਦੇ ਉੱਤੇ ਨੇ? ਸਰਦਾਰ ਦਲਜੀਤ ਸਿੰਘ ਜੀ, ਅਕਸਰ ਕਿਹਾ ਜਾਂਦਾ ਸੀਗਾ ਕਿ ਸਿੱਖ ਕੌਮ ਕੁਰਬਾਨੀਆਂ ਦੇਣ ਵਾਲੀ ਕੌਮ ਹੈ ਤੇ ਅਫਸੋਸ ਲੀਡਰ ਗੱਦਾਰੀ ਕਰ ਜਾਂਦੇ ਆ। ਜਿਵੇਂ ਦਾਸ ਨੇ ਪਹਿਲਾਂ ਕਿਹਾ ਕਿ ਬੀਜੇਪੀ ਨੂੰ ਕਿਸਾਨ ਮਜ਼ਦੂਰ ਸੰਘਰਸ਼ ਦੇ ਦੌਰਾਨ ਭੱਜਣਾ ਪੈ ਰਿਹਾ ਸੀ ਥਾਂ ਥਾਂ ਤੋਂ ਤੇ ਭੱਜ ਪਾਈ ਉਹ ਕਹਿਣਾ ਸ਼ੁਰੂ ਕਰਤਾ ਸੀਗਾ। ਤੇ ਇਹ ਜਿਹੜੀਆਂ ਸਿੱਖ ਸ਼ਖਸੀਅਤਾਂ ਨੇ, ਕਿਉਂਕਿ ਦੇਖੋ ਬਾਕੀ ਕੌਮਾਂ ਨੂੰ ਉਹਨਾਂ ਨੇ ਬੁੱਧ ਧਰਮ ਤੇ ਜੈਨ ਧਰਮ ਨੂੰ, ਜਿਹੜੇ ਇਹਨਾਂ ਦੇ ਫਿਲਾਸਫਰ ਸੀ ਆਰਐਸਐਸ ਦੇ, ਕਹਿੰਦੇ ਕਿ ਅਸੀਂ ਆਪਣੇ ਛੋਟੇ ਭਰਾਵਾਂ ਨੂੰ ਇੰਨਾ ਘੁੱਟ ਕੇ ਆਪਣੇ ਕਾਲਜੇ ਨਾਲ ਲਾਇਆ ਕਿ ਉਹਨਾਂ ਦੀ ਹੋਂਦ ਖਤਮ ਕਰਤੀ। ਬੁੱਧ ਧਰਮ ਜੈਨ ਧਰਮ, ਸੋ ਸਿੱਖ ਧਰਮ ਨੂੰ ਉਹ ਅਲੱਗ ਧਰਮ ਪਹਿਲਾਂ ਹੀ ਨਹੀਂ ਮੰਨਦੇ। ਬੁੱਧ ਧਰਮ ਜੈਨ ਧਰਮ ਦੇ ਵਾਂਗ ਤੇ ਉੱਪਰ ਧਾਰਾ 25B ਵਿੱਚ ਕੇਸਾਧਾਰੀ ਹਿੰਦੂ ਕਿਹਾ ਜਾਂਦਾ। ਸੋ ਉਹਨਾਂ ਨੇ ਕਿਤੇ ਨਾ ਕਿਤੇ ਜੇ ਥੋੜੀਆਂ ਬਹੁਤੀਆਂ, ਕਿਉਂਕਿ ਇਹੀ ਸੇਮ ਚੀਜ਼ ਹੋਈ ਸੀਗੀ, ਐਮਰਜੈਂਸੀ ਲੱਗੀ ਸੀ, ਐਮਰਜੈਂਸੀ ਦੇ ਵਿੱਚ ਸਾਰੇ ਇੰਡੀਆ ਦੇ ਲੀਡਰ ਅੰਦਰ ਕਰਤੇ ਸੀ, ਕੁਸਕਦਾ ਨਹੀਂ ਸੀ ਕੋਈ। ਸਿੱਖ ਕੌਮ ਨੇ ਲਾਏ ਮੋਰਚੇ, ਐਮਰਜੈਂਸੀ ਟੁੱਟੀ, ਜਨਤਾ ਪਾਰਟੀ ਦੀ ਸਰਕਾਰ ਬਣੀ, ਮੈਡਮ ਗਾਂਧੀ ਨੂੰ ਜੇਲ੍ਹ ਜਾਣਾ ਪਿਆ। ਪਰ ਜਨਤਾ ਪਾਰਟੀ ਉਹ ਕਾਇਮ ਨਾ ਰੱਖ ਸਕੀ। 2.5 ਸਾਲ ਬਾਅਦ ਉਹ ਮਤਲਬ ਦੁਬਾਰਾ ਮੈਡਮ ਗਾਂਧੀ ਆ ਗਈ, ਪਰ ਉਹਨੇ ਟਕਰਾਓ ਦੀ ਨੀਤੀ ਅਪਣਾਈ ਤੇ ਉਹਦੇ ਸਲਾਹਕਾਰਾਂ ਨੇ ਵੀ ਕਿਹਾ ਕਿ ਇਹਨਾਂ ਨੂੰ ਐਸਾ ਸਬਕ ਸਿਖਾਇਆ ਜਾਵੇ ਕਿ ਆਉਣ ਵਾਲੇ 50 ਸਾਲ ਉੱਠ ਨਾ ਸਕਣ। ਸਿੱਟੇ ਵਜੋਂ ਨਿਰੰਕਾਰੀਆਂ ਨੂੰ ਸ਼ਹਿ ਦਿੱਤੀ, ਸਾਕਾ 78 ਦਾ ਜਾਂ ਜੂਨ 84 ਜਾਂ ਨਵੰਬਰ 84। ਇਹ ਬੀਜੇਪੀ ਦੇ ਪਿੱਛੇ ਜਿਹੜੀ ਆਰਐਸਐਸ ਦੀ ਇੱਕ ਸੋਚ ਬੈਠੀ ਆ, ਜਿਹੜਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਮਤਲਬ ਖਾਰੇ ਸਮੁੰਦਰ ਚੋਂ ਕੱਢ ਕੇ ਇੱਕ ਵਿਲੱਖਣ ਧਰਮ ਦੀ ਸਥਾਪਨਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਸਪਸ਼ਟ ਕਿਹਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਦੀਤ। ਉਹ ਬੀਜੇਪੀ ਨੂੰ ਉਹ ਆ ਜਿਹੜੀ ਆਰਐਸਐਸ ਹੈ ਉਹ ਕਿਤੇ ਨਾ ਕਿਤੇ ਉਹ ਟਕਰਾਅ ਤੋਂ ਸਬਕ ਸਿੱਖ ਕੇ ਕਹਿ ਰਹੀ ਆ ਕਿ ਕਿਉਂਕਿ ਧਾਰਾ 25B ਆਲਰੇਡੀ ਇਹ ਮਤਲਬ ਹਿੰਦੂ ਧਰਮ ਦਾ ਅੰਗ ਹੀ ਆ ਕਿ ਕਾਂਗਰਸ ਵਾਂਗੂ ਜਾਂ ਗਾਂਧੀ ਵਾਂਗੂ ਸਿੱਧਾ ਟਕਰਾਅ ਕਰਨ ਦੀ ਬਜਾਏ ਇਹਨਾਂ ਨੂੰ ਥੋੜਾ ਜਿਹਾ ਜਿਵੇਂ ਸਹੂਲਤਾਂ ਦਿਓ। ਆਮ ਜਿਹੜਾ ਵਰਗ ਆ ਇਹਨਾਂ ਦਾ ਭਾਵੇਂ ਭੋਲੇ ਭਾਲੇ ਸਿੱਖ ਆ ਜਾਂ ਇਹਨਾਂ ਦੇ ਚੋਟੀ ਦੇ ਜਿਹੜੇ ਵੀ ਆਪਣੇ ਵੱਲ ਆਉਂਦੇ ਆ ਖਿੱਚੋ,
ਕਿ ਇਹਨਾਂ ਨੂੰ ਇਹੋ ਜਿਹਾ ਕਰ ਦਿਓ ਕਿ ਮਤਲਬ ਜੇ ਦੁਬਾਰਾ ਕਦੀ ਅਸੀਂ ਜਿਵੇਂ ਕਾਲੇ ਕਾਨੂੰਨਾਂ ਵਰਗੀ ਕੋਈ ਚੀਜ਼ ਕਰੀਏ ਤੇ ਲੀਡ ਲੈ ਕੇ ਅੱਗੇ ਵਧਣਾ ਹੀ ਨਾ। ਤੇ ਬਾਕੀ ਸਟੇਟਾਂ ਵਿੱਚ ਇਹ ਵੈਲ ਨੋਨ ਫੈਕਟ ਹੈ ਕਿ ਬਾਅਦ ਵਿੱਚ ਹਰਿਆਣਾ ਰਲਿਆ, ਰਾਜਸਥਾਨ, ਯੂਪੀ ਆਇਆ, ਲੀਡ ਪੰਜਾਬ ਦੀ ਸੀਗੀ। ਬਿਲਕੁਲ ਇਸ ਕਰਕੇ ਉਹਨਾਂ ਨੂੰ ਨਮੋਸ਼ੀ ਹੋਈ ਆ। ਇਹ ਪੂਰਨ ਬਹੁਮਤ ਵਿੱਚ ਦੂਜੀ ਵਾਰੀ ਬਣੀ ਹੋਈ ਸਰਕਾਰ ਹਿੰਦੁਸਤਾਨ ਦਾ ਏਜੰਡਾ ਕਹਿੰਦਾ ਸੀ 2025 ਤੱਕ ਅਸੀਂ ਲਾਗੂ ਕਰ ਦੇਣਾ। ਤੇ ਜੇ ਇਸ ਹਿੰਦੂਤਵ ਦੇ ਰਥ ਨੂੰ ਜਿਹੜਾ ਬਹੁਤ ਵਧਿਆ ਆ ਰਿਹਾ ਸੀ ਪੰਜਾਬ ਨੇ ਠੱਲਿਆ, ਉਹਨੂੰ ਕਰਨ ਲਈ ਉਹਨਾਂ ਨੇ ਇਹ ਸਾਰੇ ਪ੍ਰਪੰਚ ਰਚੇ। ਪਰ ਸਾਡੇ ਕੁਛ ਤਾਂ ਭੋਲੇ ਭਾਲੇ ਸਿੱਖ ਆ, ਪਰ ਜਿਹੜੇ ਥਿੰਕ ਟੈਂਕ ਜਾਂ ਇਹੋ ਜਿਹੀਆਂ ਸ਼ਖਸੀਅਤਾਂ ਜਾਂਦੀਆਂ ਇਹਨਾਂ ਨੂੰ ਆਪਾਂ ਭੋਲੇ ਭਾਲੇ ਨਹੀਂ ਕਹਿ ਸਕਦੇ। ਜ਼ਰੂਰ ਇਹਨਾਂ ਦਾ ਪਦਾਰਥਵਾਦ ਜਾਂ ਪਹਿਲਾਂ ਤੋਂ ਜਿਵੇਂ ਦਾਸ ਨੇ ਖਦਸ਼ਾ ਜ਼ਾਹਰ ਕੀਤਾ ਕਿ ਸ਼ਾਇਦ ਪਹਿਲਾਂ ਹੀ ਪੇਰੋਲ ਤੇ ਸੀਗੇ, ਨਿੱਜੀ ਸਵਾਰਥ ਹੈ ਤਾਂ ਉਧਰ ਜਾ ਰਹੇ ਆ। ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕੀਤੀ, ਲੱਗਦਾ ਤੁਹਾਨੂੰ ਰੋਕਾ ਲੱਗ ਚੁੱਕਿਆ ਫਿਰ ਜੇ ਆ ਕਿਸਾਨੀ ਸੰਘਰਸ਼ ਤੋਂ ਬਾਅਦ ਜਾਂ ਫਿਰ ਜਦੋਂ ਸਿੱਖਾਂ ਨੇ ਇਹ ਵਿਰੋਧ ਕਰ ਦਿੱਤਾ? ਇਹ ਰੋਕਾ ਲੱਗ ਗਿਆ, ਮੈਂ ਇੰਜ ਮਹਿਸੂਸ ਕਰਦਾ ਕਿਉਂਕਿ ਜੋ ਹਾਲਤ ਯੂਪੀ ਵਿੱਚ ਹੋਈ ਆ। ਕਿਉਂਕਿ ਜਦੋਂ ਇਹ ਜਨਸੰਘ ਤੋਂ ਜਦੋਂ ਫਿਰ ਜਨਤਾ ਪਾਰਟੀ ਦੀ 2.5 ਸਾਲ ਦੀ ਸਰਕਾਰ ਟੁੱਟੀ ਸੀ, ਇਹ ਜਨਸੰਘ ਤੋਂ ਬੀਜੇਪੀ ਬਣਾ ਕੇ ਆਏ, ਇਹਨਾਂ ਨੂੰ ਮਹਿਜ਼ 2 MP ਮਿਲੇ ਸੀਗੇ। ਤਾਂ ਫਿਰ ਇਹਨਾਂ ਨੇ ਰਾਮ ਮੰਦਿਰ ਦਾ ਮੁੱਦਾ ਚੁੱਕਿਆ ਸੀਗਾ। ਉਸ ਸਟੇਟ ਵਿੱਚ ਹੀ ਤਾਂ ਯੂਪੀ ਵਿੱਚ ਹੀ ਤਾਂ ਰਾਮ ਮੰਦਿਰ ਬਣਨ ਜਾ ਰਿਹਾ, ਜਿਹਦੇ ਕਰਕੇ ਇਹਨਾਂ ਨੇ ਇੰਨਾ। ਦੂਜਾ ਇਹ ਹੈ ਕਿ ਜਿਵੇਂ ਹੁਣ ਛੋਟੇ ਸਾਹਿਬਜ਼ਾਦੇ, ਕੌਮ ਉਹਨਾਂ ਨੂੰ ਬਾਬੇ ਕਹਿੰਦੇ ਆ। ਇੰਨੀ ਛੋਟੀ ਉਮਰ ਦੇ ਸਾਹਿਬਜ਼ਾਦੇ ਐਡੀ ਕੁਰਬਾਨੀ ਕਰਦੇ ਹੋ, ਯਕੀਨਨ ਬਾਬੇ। ਤੇ ਦਿਖਾ ਤੇ ਹੋਇਆ ਕਿ ਹਜੇ ਇੱਕ ਦਿਨ ਉਹਨਾਂ ਨੇ ਬਾਲਵੀਰ ਦਿਵਸ ਕਿਹਾ ਤੇ ਟੋਪੀਆਂ ਵਾਲੇ ਬੱਚੇ ਉਹ ਕਰਨਾ ਸ਼ੁਰੂ ਕਰਤਾ, ਉਹਨਾਂ ਨੇ ਨਾਟਕ ਖੇਡਿਆ। ਸੋ ਉਹ ਤੇ ਇਸ ਕਰਕੇ ਦੇ ਰਿਹਾ। ਤੇ ਮੈਨੂੰ ਉੱਥੋਂ ਲੱਗਦਾ ਹੈ ਕਿ ਜੋ ਯੂਪੀ ਵਿੱਚ ਹਾਲ ਹੋਇਆ ਜਾਂ ਪੰਜਾਬ ਦੇ ਵਿੱਚ ਭਜਾਇਆ ਇਹਨਾਂ ਨੂੰ, ਤੇ ਲੱਗਦਾ ਕਿ ਵਕਤੀ ਤੌਰ ਤੇ ਜ਼ਰੂਰ ਜੇ ਕੋਈ ਬਹੁਤ ਵੱਡਾ ਹੁਣ ਨਾ ਕੋਈ ਅੱਗੇ ਪਲਾਨ ਲੈ ਕੇ ਆਉਣ, ਤੇ ਵਕਤੀ ਤੌਰ ਤੇ ਜਿਹੜਾ ਉਹਨਾਂ ਨੇ ਪਹਿਲਾਂ ਤੋਂ ਵਿੱਢਿਆ ਹੋਇਆ ਸੀਗਾ ਉਹ ਏਜੰਡਾ, ਉਹਨੂੰ ਵਕਤੀ ਤੌਰ ਤੇ ਜ਼ਰੂਰ ਇੱਕ ਠੱਲ ਲੱਗ ਚੁੱਕੀ ਆ। ਬਿਲਕੁਲ ਵਾਕਈ ਜਿਵੇਂ ਹੁਣ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਇਹਨਾਂ ਨੂੰ ਲੋਲੀਪੌਪ ਜੇ ਕਹਿ ਲਈਏ ਸਿੱਖਾਂ ਨੂੰ ਦੇਣੇ, ਜਿਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਦੇਣਾ ਜਾਂ ਵੀਰ ਬਾਲ ਦਿਵਸ ਰੱਖ ਦੇਣਾ, ਉਸ ਤੋਂ ਬਾਅਦ ਕਹਿਣਾ ਕਿ ਇਹ ਸਾਡੇ ਵਿੱਚੋਂ ਹੀ ਸੀ, ਜਾਂ ਇਹੋ ਜਿਹੀਆਂ ਗੱਲਾਂ ਬਾਤਾਂ ਕਰਕੇ ਕਿ ਸਿੱਖ ਕਿਸੇ ਤਰ੍ਹਾਂ ਸਾਡੇ ਨਾਲ ਆ ਕੇ ਖੜੇ ਹੋ ਜਾਣ। ਸੋ ਬਹੁਤ ਸਾਰੇ ਐਸੇ ਬਿਆਨ ਵੀ ਆ ਰਹੇ ਨੇ, ਕਈ ਸਾਡੇ ਸਿੱਖ ਚਿੰਤਕਾਂ ਵੱਲੋਂ ਵੀ ਬਿਆਨ ਇਹੋ ਜਿਹੇ ਆਉਂਦੇ ਆ ਭਾਈ ਮੋਦੀ ਸਾਹਿਬ ਸਾਡੇ ਲਈ ਚੰਗੇ ਨੇ। ਕੈਨੇਡਾ ਤੋਂ ਵੀ ਇੱਕ ਲੀਡਰ ਹੈ ਜੀ, ਉਹਨਾਂ ਨੇ ਵੀ ਇਹ ਬਿਆਨ ਦਿੱਤਾ ਕਿ ਜੋ ਕੀਤਾ ਚੰਗਾ ਕੀਤਾ। ਉਹਨਾਂ ਦੀ ਲੰਬੀ ਹਿਸਟਰੀ ਆਪਣੇ ਪ੍ਰੋਗਰਾਮ ਤੋਂ ਫਿਰ ਅਲੱਗ ਏਜੰਡਾ ਬਣ ਜਾਣਾ। ਕਰਤਾਰਪੁਰ ਦਾ ਲਾਂਘਾ ਮਤਲਬ ਇਮਰਾਨ ਖਾਨ ਦੀ ਸੁਹਿਰਦਤਾ ਸੀ। ਦੂਜੇ ਪਾਸੇ ਮੈਂ ਨਵਜੋਤ ਸਿੱਧੂ ਦਾ ਕ੍ਰਿਕਟ ਤੋਂ ਬਾਅਦ ਜਿਹੜਾ ਵੀ ਉਹ ਪੋਲਿਟਿਕਸ ਦਾ ਆ, ਉਹਦੇ ਵਿੱਚ ਇੱਕ ਮਤਲਬ ਸਟੰਟਬਾਜ਼ੀ ਹੁੰਦੀ ਆ। ਇਹ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਇੱਕ ਬਖਸ਼ਿਸ਼ ਦਿੱਤੀ ਸੀ ਕਿਉਂਕਿ ਦੋਸਤ ਸੀ ਇਮਰਾਨ ਖਾਨ, ਤੇ ਉਹ ਵੱਡਾ ਕਾਰਜ ਕਰ ਗਏ। ਜੇ ਕਿਤੇ ਇਹ ਤੋਂ ਬਾਅਦ ਹੀ ਉਹ ਸੰਭਲ ਜਾਂਦੇ ਤੇ ਉਹ ਵਧੀਆ ਕੈਰੀਅਰ ਬਣਾ ਸਕਦੇ ਸੀਗੇ। ਇੰਡੀਅਨ ਗਵਰਨਮੈਂਟ ਨੇ ਦੇਖੋ ਪਹਿਲਾਂ ਵੀ ਬਹੁਤ ਰੋਕਾਂ, ਬਹੁਤ ਮੁਸ਼ਕਲਾਂ ਬਾਅਦ ਪਰਮਿਸ਼ਨ ਦਿੱਤੀ ਸੀ। ਕੋਵਿਡ ਦਾ ਆਇਆ ਤਾਂ ਇੱਕਦਮ ਉਹਨੂੰ ਬੈਨ ਕਰਤਾ, ਜਦ ਕਿ ਬਾਕੀ ਜਿਹੜੇ ਗੁਰਧਾਮ ਸੀਗੇ, ਅਸੀਂ ਕਿਸੇ ਧਰਮ ਦੇ ਵਿਰੋਧੀ ਨਹੀਂ, ਪਰ ਐਗਜ਼ਾਮਪਲ ਤਾਂ ਦੇਣੀ ਪੈਂਦੀ ਹੈ ਜਦੋਂ ਆਪਣੇ ਧਰਮ ਤੇ ਅਟੈਕ ਹੁੰਦਾ ਜਾਂ ਰੋਕਿਆ ਜਾਂਦਾ, ਫੇਰ ਦੇਣੀ ਪੈਂਦੀ ਕਿ ਜਦ ਉਹਨਾਂ ਧਰਮ ਸਥਾਨਾਂ ਤੇ ਜਾਣ ਦੀ ਰੋਕ ਨਹੀਂ ਸੀ, ਸਿਰਫ ਕਰਤਾਰਪੁਰ ਦੀ ਬੰਦ ਕਰ ਦਿੱਤਾ ਗਿਆ, ਰੋਕ ਲਾ ਦਿੱਤੀ ਗਈ। ਇਹ ਕਿਤੇ ਨਾ ਕਿਤੇ ਬਾਲ ਵੀ, ਕਿਉਂਕਿ ਜਿਹੜਾ ਉਸ ਸਮੇਂ ਦਾ ਗੁਰੂ ਕਾਲ ਦਾ ਸੰਘਰਸ਼ ਸੀ, ਉਦੋਂ ਮੁਗਲ ਹਕੂਮਤ ਸੀ, ਜਿਹੜਾ ਟਕਰਾਅ ਹੋਇਆ, ਕਿਤੇ ਨਾ ਕਿਤੇ RSS BJP ਸਿੱਖਾਂ ਨੂੰ ਫੁੱਲੀਆਂ ਪਾ ਕੇ ਇਹ ਪ੍ਰਭਾਵ ਦੇਣਾ ਚਾਹੁੰਦੇ ਕਿ ਉਹ ਮੁਸਲਿਮ ਸਿੱਖ ਟਕਰਾਅ ਸੀਗਾ, ਉਹ ਸਾਡੇ ਦੁਸ਼ਮਣ ਆ, ਸਾਰੇ ਦੇਸ਼ ਵਿੱਚ ਇਹ ਵੇਵ ਬਣਾਉਣਾ। ਜਦ ਕਿ ਸਿੱਖ ਧਰਮ ਕਿਸੇ ਜਾਤ, ਕਿਸੇ ਫਿਰਕੇ ਵਿਸ਼ੇਸ਼ ਦੇ ਖਿਲਾਫ ਜਾਂ ਹੱਕ ਵਿੱਚ ਨਹੀਂ, ਜਦੋਂ ਜੋ ਵੀ ਜ਼ੁਲਮ ਕਰਦਾ ਉਹਦੇ ਖਿਲਾਫ ਆਵਾਜ਼ ਉਠਾਉਣੀ ਸਿੱਖ ਇਨਸਾਨੀਅਤ ਦਾ, ਸਿੱਖ ਧਰਮ ਦਾ ਫਲਸਫਾ ਇਹ ਆ। ਤੇ ਆਮ ਤੌਰ ਤੇ ਤੁਸੀਂ ਦੇਖਿਆ ਹੋਊਗਾ ਸਾਡੇ ਸਟੇਜਾਂ ਤੇ ਅਕਸਰ ਕਿਹਾ ਜਾਂਦਾ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ, ਇਹ ਵੀ ਉਹਨਾਂ ਦੇ ਪ੍ਰਚਾਰ ਦੇ ਅੰਦਰ ਹੀ ਆ। ਜਦ ਕਿ ਸਪਸ਼ਟ ਧਰਮ ਚ ਲਿਖਿਆ ਹੋਇਆ ਧਰਮ ਹੇਤ ਸਾਕਾ ਜਨ ਕੀਆ। ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਚਾਦਰ ਆ, ਵਰਲਡ ਵਾਈਡ ਜਿੱਥੇ ਮਰਜ਼ੀ ਹੋਵੇ। ਜੇ ਜਿਵੇਂ ਉਹਨਾਂ ਦੇ ਪ੍ਰਚਾਰ ਨੂੰ ਕਿਹਾ ਜਾਵੇ ਹਿੰਦ ਦੀ ਚਾਦਰ, ਹੁਣ ਆਪਾਂ ਇੰਗਲੈਂਡ ਵਿੱਚ ਬੈਠੇ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਸਾਡੀ ਚਾਦਰ ਨਹੀਂ, ਅਸੀਂ ਸਿੱਖ ਆ, ਵਰਲਡ ਵਾਈਡ ਬੈਠੇ ਆ। ਸਿੱਖ ਕੀ ਉਹਨਾਂ ਨੇ ਹਿੰਦੂ ਉਸ ਵੇਲੇ ਹਿੰਦੂ ਧਰਮ ਲਈ ਸੀ ਕਿਉਂਕਿ ਹਕੂਮਤ ਮੁਗਲਿਆ ਕਰ ਰਿਹਾ ਸੀ, ਪਰ ਉਹ ਧਰਮ ਵਿਸ਼ੇਸ਼ ਦੇ ਹੱਕ ਦਾ ਜਾਂ ਵਿਰੋਧ ਦੀ ਗੱਲ ਨਹੀਂ ਸੀ। ਪਰ ਇਹ ਕਿਤੇ ਨਾ ਕਿਤੇ ਕਿਉਂਕਿ ਧਾਰਾ 25 ਵਿੱਚ ਸਾਨੂੰ ਮਤਲਬ ਹਿੰਦੂ ਧਰਮ ਦਾ ਅੰਗ ਮੰਨਦੇ ਹੋਏ ਭੜਕਾ ਇਸ ਤਰ੍ਹਾਂ ਰਹੇ ਆ ਕਿ ਉਹ ਫਿਰਕੇ ਵਿਸ਼ੇਸ਼ ਦੇ ਖਿਲਾਫ
ਕਿ ਦੇਖੋ ਉਹਨਾਂ ਨੇ ਸਾਹਿਬਜ਼ਾਦਿਆਂ ਤੇ ਜ਼ੁਲਮ ਕੀਤਾ ਸੀ, ਇਹ ਮੁਸਲਿਮ ਕੌਮ ਨੇ ਜ਼ੁਲਮ ਕੀਤਾ ਸੀ। ਜਦੋਂ ਕਈ ਵਾਰੀ ਕਈ ਕਹਿ ਦਿੰਦੇ ਆ ਕਿ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਮੁਸਲਿਮ ਕੌਮ ਤੇ ਵਿਸ਼ਵਾਸ ਨਾ ਕਰੋ, ਪਰ ਜਿਹੜੇ 22 ਧਾਰ ਦੇ ਰਾਜੇ ਸੀਗੇ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਵਾਉਣ ਲਈ ਮਤਲਬ ਸਾਜ਼ਿਸ਼ਾਂ ਰਚੀਆਂ, ਆਟੇ ਦੀ ਗਊ ਬਣਾ ਕੇ ਸੌਹਾਂ ਖਾਧੀਆਂ, ਉਹ ਕੌਣ ਸੀਗਾ? ਇਹ ਪ੍ਰਚਾਰ ਹੁੰਦਾ। ਕਈ ਵਾਰੀ ਤੁਸੀਂ ਦੇਖਿਆ ਹੋਊਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਕਹਿਤਾ ਜਾਂਦਾ ਕਿ ਧਰਮ ਲਈ ਕੁਰਬਾਨੀ ਨਹੀਂ ਦਿੱਤੀ ਸੀ, ਕੋਈ ਉਹਨਾਂ ਦੀ ਆਪਣੀ ਲੜਾਈ ਸੀ। ਸੋ ਸਾਡੇ ਇਹ ਜਿਹੜੇ ਚਿੰਤਕ ਥਿੰਕ ਟੈਂਕ ਜਦੋਂ ਇਹੋ ਜਿਹੇ ਪ੍ਰਚਾਰ ਵਿੱਚ ਫਸ ਜਾਂਦੇ ਆ, ਬਹੁਤ ਹੈਰਾਨੀ ਹੁੰਦੀ ਆ। ਉਹ ਮਹਿਜ਼ ਉਹ ਚੀਜ਼ ਹੈ ਕਿ ਜਿਵੇਂ ਐਮਰਜੈਂਸੀ ਵੇਲੇ ਇੰਦਰਾ ਗਾਂਧੀ ਨੇ ਟਕਰਾਓ ਦੀ ਨੀਤੀ ਅਪਣਾਈ ਟੁੱਟਣ ਤੋਂ ਬਾਅਦ, ਇਹਨਾਂ ਨੂੰ ਆਰਐਸਐਸ ਗਾਈਡ ਕਰ ਰਹੀ ਆ। ਇਹਨਾਂ ਨੇ ਟਕਰਾਓ ਦੀ ਬਜਾਏ ਜਿਵੇਂ ਬੁੱਧ ਧਰਮ ਤੇ ਜੈਨ ਧਰਮ ਨੂੰ ਕਹਿੰਦੇ ਆ ਕਿ ਅਸੀਂ ਕਲਾ ਵਿੱਚ ਘੁੱਟ ਕੇ ਖਤਮ ਕਰਤਾ, ਇਹ ਸ਼ੁਰੂ ਆ ਸਾਮ ਦਾਮ ਦੰਡ ਭੇਦ ਕਹਿੰਦੇ ਆ। ਤੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਦੰਡ ਵੀ ਕੋਈ ਦੇਣ, ਪਰ ਫਿਲਹਾਲ ਉਹ ਪਿਆਰ ਦੇ ਨਾਲ ਕਲਾ ਵਿੱਚ ਘੁੱਟ ਕੇ ਖਤਮ ਕਰਨ ਦੀ, ਆਪਣੇ ਜਜ਼ਬ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਮੁੜ ਕੇ ਕੋਈ ਇਹੋ ਜਿਹਾ ਕਿਸਾਨ ਸੰਘਰਸ਼ ਵਰਗਾ ਲੀਡ ਨਾ ਲਵੇ ਪੰਜਾਬ ਜਾਂ ਸਿੱਖ ਕੌਮ। ਇਹ ਭੋਲੇ ਪਤਾ ਨਹੀਂ ਕਿਹੜਾ ਖਿਤਾਬ ਦਿੱਤਾ ਜਾਵੇ ਕਿ ਜਿਹੜੇ ਇੰਨੇ ਛੋਟੀ ਗੱਲ ਨਹੀਂ ਸਮਝ ਰਹੇ। ਜੀ ਬਿਲਕੁਲ। ਜੇ ਹੁਣ ਇਹ ਤੁਹਾਡੇ ਕੋਲੋਂ ਮੈਂ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਲੱਗਦਾ, ਕਿਉਂਕਿ ਠੀਕ ਹੈ ਸਾਡੇ ਲੀਡਰ ਗੱਦਾਰ ਰਹੇ ਨੇ, ਆਪਣੇ 84 ਤੋਂ ਪਹਿਲਾਂ ਜੇ 47 ਦੀ ਗੱਲ ਕਰ ਲਈਏ, ਮੁੜ ਕੇ 84 ਦੀ, ਉਸ ਤੋਂ ਬਾਅਦ ਵੀ ਬਹੁਤ ਸਾਰੇ ਐਸੇ ਲੀਡਰ ਆਏ ਨੇ ਜਿਹੜੇ ਗੱਦਾਰੀ ਕਰਦੇ ਰਹੇ ਆ। ਪਰ ਜਿਹੜਾ ਹੁਣ ਕਿਸਾਨ ਸੰਘਰਸ਼ ਸੀਗਾ, ਸੋ ਇਹਦੇ ਵਿੱਚ ਸਿੱਖੀ ਸਪਿਰਿਟ ਨਿਕਲ ਕੇ ਕਿਤੇ ਨਾ ਕਿਤੇ ਸਾਹਮਣੇ ਆਈ ਹੈ। ਤੁਹਾਨੂੰ ਲੱਗਦਾ ਲੀਡਰਾਂ ਦੇ ਗੱਦਾਰ ਹੋਣ ਦੇ ਬਾਵਜੂਦ ਵੀ ਸਿੱਖ ਕੌਮ ਨੂੰ ਉਹ ਆਪਣੇ ਕਹਿ ਸਕਦੇ ਆ ਵੀ ਜਜ਼ਬ ਕਰ ਸਕਦੇ ਨੇ, ਜਾਂ ਫਿਰ ਜਿਹੜੀ ਹੈ ਸਿੱਖ ਕੌਮ ਜਜ਼ਬ ਹੋਣ ਵਾਲੀ ਨਹੀਂ ਹੈ? ਕਿਉਂਕਿ ਜਿਵੇਂ ਆਪਾਂ ਸਪਿਰਿਟ ਦੇਖਦੇ ਆ ਸਮੇਂ-ਸਮੇਂ ਦੇ ਉੱਤੇ ਉੱਭਰਦੀ ਆਈ ਹੈ, ਨਿਕਲਦੀ ਆਈ ਹੈ ਬਾਹਰ। ਸੋ ਤੁਹਾਨੂੰ ਲੱਗਦਾ ਇਸ ਤਰ੍ਹਾਂ? ਕਿਉਂਕਿ ਜੇ ਹੁਣ ਦਮਦਮੀ ਟਕਸਾਲ ਦੇ ਬੁਲਾਰੇ ਦੀ ਗੱਲ ਕਰੀਏ, ਸਰਚਾਂਦ ਸਿੰਘ, ਸੋ ਉਹ ਵੀ ਭਾਜਪਾ 'ਚ ਸ਼ਾਮਲ ਹੋ ਗਏ ਆ, ਤੇ ਮਿਸਟਰ ਧੁੰਮਾ ਨੂੰ ਵੀ ਕੋਈ ਉਹਦੇ ਉੱਤੇ ਇਤਰਾਜ਼ ਨਹੀਂ ਹੈਗਾ। ਸੋ ਇਸੇ ਤਰ੍ਹਾਂ ਹੋਰ ਵੀ ਸਿੱਖ ਲੀਡਰ ਸੀਗੇ ਜਿਹੜੇ ਕਹਿੰਦੇ ਕਹਾਉਂਦੇ, ਉਹ ਵੀ ਭਾਜਪਾ 'ਚ ਸ਼ਾਮਲ ਹੋ ਗਏ ਆ। ਸੋ ਕਿਵੇਂ ਬਣੇਗਾ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ ਸਰਦਾਰ ਦਲਜੀਤ ਸਿੰਘ ਜੀ, ਜਦੋਂ ਹਕੂਮਤ ਵੱਲੋਂ ਕਿਹਾ ਗਿਆ ਸੀਗਾ ਕਿ ਸਿੱਖ ਖਤਮ ਕਰ ਦਿੱਤੇ, ਉਦੋਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਚੁੰਗੀ ਨਾਕਾ ਲਾਤਾ ਸੀਗਾ ਕਿ ਸਿੱਖ ਹੈ, ਸਿੱਖ ਖਤਮ ਨਹੀਂ ਹੋਏ। ਸਰਕਾਰਾਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਇਹ ਸਾਡੀਆਂ ਸ਼ਖਸੀਅਤਾਂ ਜਾਂ ਥਿੰਕ ਟੈਂਕ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਇਹ ਡੈਮੇਜ ਤਾਂ ਕਰਦੇ ਰਹੋਗੇ ਕੌਮ ਨੂੰ। ਜਿਵੇਂ ਕਿ ਡੋਗਰਿਆਂ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਗਿਆ। ਸਾਨੂੰ ਆਪਣੇ ਨਿਸ਼ਾਨਿਆਂ ਦੀ ਪੂਰਤੀ ਲਈ ਤੇ ਵੱਧ ਸਮਾਂ ਲੱਗ ਸਕਦਾ, ਕਿਉਂਕਿ ਜਦੋਂ ਅੰਦਰੋਂ ਵਾਰ ਹੁੰਦੇ ਉਹ ਦੁਸ਼ਮਣ ਦੇ ਵਾਰਾਂ ਨਾਲੋਂ ਵੱਧ ਘਾਤਕ ਹੁੰਦੇ ਆ। ਪਰ ਸਿੱਖ ਕੌਮ ਜਿਹਨੂੰ 10 ਗੁਰੂ ਸਾਹਿਬਾਨ ਨੇ ਮਤਲਬ ਉਪਦੇਸ਼ ਦਿੱਤਾ, ਗੁਰੂ ਗ੍ਰੰਥ ਸਾਹਿਬ ਜੋ ਪ੍ਰਗਟ ਗੁਰਾਂ ਕੀ ਦੇਹ ਆ, ਉਸ ਸਿਧਾਂਤਾਂ ਤੇ ਚੱਲਣ ਵਾਲਾ ਇੱਕ ਵੀ ਸਿੱਖ ਬਾਬਾ ਬੋਤਾ ਸਿੰਘ ਗਰਜਾ ਸਿੰਘ ਦਾ ਵਾਰਸ ਜਦੋਂ ਤੱਕ ਹੈ, ਨਾ ਤਾਂ ਕੌਮ ਨੂੰ ਕੋਈ ਖਤਮ ਕਰ ਸਕਦਾ, ਨਾ ਇਸ ਸੰਘਰਸ਼ ਨੂੰ ਕੋਈ ਖਤਮ ਕਰ ਸਕਦਾ। ਹਾਂ, ਇਹ ਵਕਤੀ ਖੜੋਤਾ ਹੁੰਦੀਆਂ, ਇਹ ਜਦੋਂ ਡੌਰ ਭੌਰ ਜੇ ਹੋ ਜਾਂਦੇ ਆ ਭੋਲੇ ਭਾਲੇ ਸਿੱਖ, ਉਹਨਾਂ ਨੂੰ ਸਮਝ ਨਹੀਂ ਲੱਗਦੀ ਕਿ ਏਡੀਆਂ ਵੱਡੀਆਂ ਸ਼ਖਸੀਅਤਾਂ ਕਹਿ ਰਹੀਆਂ ਆ। ਬਿਲਕੁਲ। ਪਰ ਇਹ ਜਦੋਂ ਹੀ ਉਹ ਜਿਹੜਾ ਡੌਰ ਭੌਰ ਹੋਇਆ ਸੀ, ਆਖਿਆ ਦਾਸ ਦੀ ਬੇਨਤੀ ਹੈ ਕਿ ਦਾਸ ਨੂੰ ਨਾ ਸੁਣੋ, ਇਹ ਉਹਨਾਂ ਸ਼ਖਸੀਅਤਾਂ ਨੂੰ ਨਾ ਸੁਣੋ। ਜਦੋਂ ਵੀ ਤੁਹਾਨੂੰ ਕੋਈ ਲੱਗਦਾ ਹੈ ਭਰਮ ਭੁਲੇਖਾ, ਕੋਈ ਵੀ ਸ਼ੰਕਾ ਪੈਦਾ ਹੁੰਦਾ, ਆਪਣੇ ਗੁਰੂ ਸਾਹਿਬ ਤੋਂ ਉਹਦੇ ਬਾਰੇ ਉਪਦੇਸ਼ ਲਓ, ਗੁਰਦੁਆਰਾ ਸਾਹਿਬ ਜਾਓ, ਆਪਣੀ ਸ਼ਰਧਾ। ਦਾਸ ਨੇ ਕਈ ਵਾਰੀ ਪ੍ਰਤੱਖ ਰੂਪ ਚ ਦੇਖਿਆ, ਮਨ ਵਿੱਚ ਕੋਈ ਸ਼ੰਕਾ ਹੋਵੇ, ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਜਦੋਂ ਬੈਠਦੇ ਨਾ, ਉਸ ਦਿਨ ਉਹੀ ਸ਼ਬਦ ਵਿਸ਼ੇਸ਼ ਬਾਰ-ਬਾਰ ਜਦੋਂ ਪੜਿਆ ਜਾਂਦਾ ਨਾ, ਉਹ ਬਾਣੀ ਬੇਸ਼ੱਕ ਪੜ੍ਹੀ ਜਾਂਦੀ, ਉਹ ਜਿਹੜਾ ਉਸ ਸ਼ੰਕੇ ਦਾ ਜਵਾਬ ਰੂਪੀ ਸ਼ਬਦ ਹੁੰਦਾ, ਬਾਰ-ਬਾਰ ਉਹ ਜਿਹਨ ਵਿੱਚ ਉੱਥੋਂ ਬੋਲਿਆ ਆਉਂਦਾ ਹੈ ਤੇ ਉੱਥੋਂ ਜਵਾਬ ਮਿਲਦਾ ਹੈ। ਬਿਲਕੁਲ। ਸੋ ਦਾਸ ਤਾਂ ਬਹੁਤ ਸਧਾਰਨ ਜਿਹਾ ਸਿੱਖਿਆ, ਮੇਰੇ ਨਾਲੋਂ ਬਹੁਤ ਬੁੱਧੀਜੀਵੀ ਸਿੱਖ ਬੈਠਿਆ, ਕਦੀ ਵੀ ਏਦਾਂ ਡੋਲ ਨਹੀਂ ਸਕਦੀ ਕੌਮ, ਭਾਵੇਂ ਆਰਐਸਐਸ ਜ਼ੋਰ ਲਾ ਲਵੇ, ਜਿਹੜੀ ਮੁਗਲਾਂ ਨੇ ਪੂਰਾ ਜ਼ੋਰ ਲਾਇਆ, ਅੰਗਰੇਜ਼ਾਂ ਦੀਆਂ ਨੀਤੀਆਂ ਨੇ ਇੰਨਾ ਜ਼ੋਰ ਲਾਇਆ ਜੀ। ਇਹ ਕਿਉਂਕਿ ਉਹ ਵਿਦੇਸ਼ੀ ਸੀਗੇ, ਇਹ ਆਪਣੇ ਦੇਸ਼ ਦੇ ਆ। ਜਿਵੇਂ ਬੁੱਕਲ ਦਾ ਸੱਪ ਕਹਿੰਦੇ ਹੁੰਦੇ, ਚਾਹੇ ਆਪਣੀ ਕੌਮ ਚ ਚਾਹੇ ਉਸ ਦੇਸ਼ ਵਿੱਚ, ਉਹ ਘਾਤਕ ਵੱਧ ਹੋ ਸਕਦਾ, ਪਰ ਕੋਈ ਖਤਮ ਨਹੀਂ ਕਰ ਸਕਦਾ ਇਸ ਸਿਧਾਂਤ ਨੂੰ, ਇਸ ਫਲਸਫੇ ਨੂੰ। ਬੀਜੇਪੀ ਦੀ ਸਥਿਤੀ ਜੇ ਹੁਣ ਕਹੀਏ ਵੋਟਾਂ ਦੇ ਵਿੱਚ ਕਿਵੇਂ ਰਹੇਗੀ, ਮੇਰਾ ਅਖੀਰਲਾ ਸਵਾਲ ਤੁਹਾਨੂੰ। ਬੀਜੇਪੀ ਦੀ ਦਾਸ ਨੇ ਜਿਵੇਂ ਕਿਹਾ ਕਿ ਜੇ ਤਾਂ
ਇਹਨਾਂ ਨੇ ਕੋਈ ਬਹੁਤ ਵੱਡੇ ਪੱਧਰ ਦੀ ਹੇਰਾਫੇਰੀ ਨਾ ਕੀਤੀ, ਫਿਰ ਤਾਂ ਬਹੁਤ ਪਤਲੀ ਸਿਚੁਏਸ਼ਨ ਵਿੱਚ ਆ ਤੇ ਲੱਗਦਾ ਕਿ 89 ਵਰਗਾ ਜਾਂ ਹੋ ਜਾਂ ਕੋਈ ਚਮਤਕਾਰ ਕੋਈ ਪੰਜਾਬ ਵਿਖਾਵੇ, ਕੋਈ ਇਤਿਹਾਸ ਰਚੇ, ਪੰਜਾਬ ਪੱਖੀ ਪਾਰਟੀ ਜਿਵੇਂ ਕੋਈ ਪੰਜਾਬ ਨੇ ਕਰਵਟ ਲਈ ਆ। ਪਰ ਜਿਵੇਂ ਅਕਸਰ ਹੁੰਦਾ ਆ ਕਿ ਚੋਣ ਕਮਿਸ਼ਨ ਸ਼ੁਰੂਆਤੀ ਤੌਰ ਤੇ ਸਖਤ ਹੁੰਦਾ ਆ, ਜਾਂ ਇਹਨਾਂ ਦੀ ਨੀਤੀ ਮੁਤਾਬਕ ਹੀ ਹੁੰਦਾ ਕਿ ਸ਼ੁਰੂ ਚ ਰੱਖੋ ਸਖਤ, ਮਗਰਲੇ ਜਦੋਂ 3-4 ਦਿਨ ਆਉਂਦੇ ਆ ਚੋਣ ਕਮਿਸ਼ਨ ਇੱਕ ਤਰ੍ਹਾਂ ਦੇ ਨਾਲ ਏਦਾਂ ਲੱਗਦਾ ਕਿ ਐਗਜ਼ਿਸਟ ਹੀ ਨਹੀਂ ਕਰਦਾ, ਜਾਂ ਈਵੀਐਮ ਵਿੱਚ ਗੜਬੜ ਹੋ ਸਕਦੀ ਆ। ਫਿਰ ਦਾਸ ਨੇ ਜਿਵੇਂ ਕਿਹਾ ਕਿ ਸਿਰਫ ਡਰਾਮੇ ਦੇ ਕਰਕੇ ਅਲੱਗ ਹੋਇਆ ਬਾਦਲ ਦਲ, ਜਾਂ ਜਿਵੇਂ ਉਹ ਸਾਰੀਆਂ ਰਵਾਇਤੀ ਪਾਰਟੀਆਂ, ਚਾਹੇ ਉਹ ਜਿੰਨੀਆਂ, ਉਹ ਸਾਰੀਆਂ ਮਿਲ ਕੇ ਇੱਕ ਕਲੀਸ਼ਨ ਦੇ ਤੌਰ ਤੇ ਸਰਕਾਰ ਬਣਾ ਸਕਦੀਆਂ। ਅੱਛਾ, ਕਿਉਂਕਿ ਇਹਨਾਂ ਨੇ ਜੇ ਵਕਤੀ ਤੌਰ ਤੇ ਅਲੱਗ ਹੋਣ ਦਾ ਨਾਟਕ ਕੀਤਾ ਵੀ ਹੋਇਆ ਨਾ, ਚੋਣਾਂ ਤੋਂ ਬਾਅਦ ਜਦੋਂ ਇਹਨਾਂ ਨੂੰ ਲੱਗਿਆ ਕਿ ਕੋਲੀਸ਼ਨ ਸਰਕਾਰ ਬਣਨੀ ਆ, ਬਾਦਲ ਦਲ ਦਾ ਪਹਿਲਾ ਬਿਆਨ ਹੋਣਾ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਕਾਂਗਰਸ ਦੇ ਖੂਨੀ ਪੰਜੇ ਨੂੰ ਜਾਂ ਉਹਨਾਂ ਨੂੰ ਸੱਤਾ ਤੋਂ ਲਾਂਭੇ ਰੱਖਣ ਲਈ ਸਾਨੂੰ ਬੀਜੇਪੀ ਦੇ ਨਾਲ ਸਮਝੌਤਾ ਕਰਕੇ ਸਰਕਾਰ ਬਣਾਉਣਾ ਸਮੇਂ ਦੀ ਮਜਬੂਰੀ ਸੀ। ਫਿਰ ਚਾਹੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਚਾਹੇ ਢੀਂਡਸਾ, ਜਿੰਨਾ ਵੀ ਇਹ ਸਾਰਾ ਕੁਝ ਹੈਗਾ ਆ, ਕਿਉਂਕਿ ਇਹ ਮੁੱਦਾਹੀਨ ਸਿਆਸਤ ਆ। ਇਹਨਾਂ ਦਾ ਮਹਿਜ ਇੱਕ ਨਿਸ਼ਾਨਾ ਹੁੰਦਾ ਕਿਸੇ ਵੀ ਕੀਮਤ ਤੇ ਸੱਤਾ ਹਾਸਲ ਕਰਨਾ। ਜੋ ਜਿਵੇਂ ਉਹ ਦੂਜੀ ਵਾਰੀ ਮੁੱਖ ਮੰਤਰੀ ਬਣੇ ਸੀਗੇ, 4.5 ਸਾਲ ਮੁੱਖ ਮੰਤਰੀ ਰਿਹਾ, ਕਾਂਗਰਸ ਬਹੁਤ ਵਧੀਆ ਸੀਗਾ। ਜਿਸ ਦਿਨ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਤੇ ਉਹ ਜਿਹੜੀ ਪਾਰਟੀ ਨੂੰ ਅੱਜ ਤੱਕ ਮਤਲਬ ਬੁਰਾ ਕਹਿੰਦੇ ਆ ਰਹੇ ਸੀਗੇ, ਉੱਥੇ ਜਾ ਕੇ ਬੈਠ ਗਿਆ। ਇਹਨਾਂ ਦਾ ਕੋਈ ਸਿਧਾਂਤ ਨਹੀਂ ਹੈ। ਜੇ ਸਿਧਾਂਤ ਤੇ ਪਹਿਰਾ ਦਿੰਦੇ ਹੁੰਦੇ, ਪੰਜਾਬ ਇਹਨਾਂ ਦੁਖਾਂਤ ਕਿਉਂ ਭੋਗਦਾ? ਬਿਲਕੁਲ ਭਾਜੀ, ਮੈਂ ਬਹੁਤ ਧੰਨਵਾਦ ਕਰਦਾ ਤੁਹਾਡਾ। ਤੇ ਦਰਸ਼ਕੋ, ਆਪਾਂ ਇਹ ਕਿਸ਼ਤ ਜਿਹੜੀ ਇੱਥੇ ਸਮਾਪਤ ਕਰਦੇ ਹਾਂ। ਬੀਜੇਪੀ ਦੀ ਸਥਿਤੀ ਕਿਹੋ ਜੀ ਇਸ ਵੇਲੇ ਹੈ, ਇਤਿਹਾਸ ਤੋਂ ਲੈ ਕੇ ਅੱਜ ਤੱਕ ਭਾਈ ਸਰਬਜੀਤ ਸਿੰਘ ਹੋਰਾਂ ਨੇ ਇਹਦੇ ਬਾਰੇ ਸਾਨੂੰ ਦੱਸਿਆ। ਸੋ ਅਗਲੀ ਕਿਸ਼ਤ ਦੇ ਵਿੱਚ ਅਸੀਂ ਹੋਰ ਪਾਰਟੀਆਂ ਜਾਂ ਫਿਰ ਜਿਹੜਾ ਚੁਣਾਵੀ ਮਾਹੌਲ ਬਣਿਆ ਹੋਇਆ ਸੋ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।